Hello everyone. Today we are going to explain the poem The Queen Green for plus 2 class from examination point of view. ਜਿੱਦਾਂ ਕਿ ਸਾਨੂੰ ਪਤਾ ਮੇਨਲੀ ਪੋਇਮ ਦੇ ਵਿੱਚੋਂ ਐਗਜ਼ਾਮੀਨੇਸ਼ਨ ਦੇ ਵਿੱਚ ਸੈਂਟਰਲ ਆਈਡੀਆ ਜਾਂ ਸਟੈਂਜਸ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ। ਸੋ ਅੱਜ ਅਸੀਂ ਐਕਸਪਲੇਨ ਕਰਾਂਗੇ ਸਟੈਂਜਾਸ ਤੇ ਉਹਨਾਂ ਦੇ ਆਨਸਰਸ ਦੇਖਾਂਗੇ। ਲੈਟਸ ਰੀਡ ਦਾ ਫਸਟ ਸਟੈਂਜਾ। The sun does rise and make happy the skies. The merry bells ring to welcome the spring. The skylark and thrush, the words of the bush, sing louder around to the well's cheerful sound, while our sports shall be seen on the queen green. ਹਾਂਜੀ ਇਹ ਸੀ ਸਾਡਾ ਸਟੈਂਜਾ। ਇਹਦੇ ਕੁਐਸਚਨ ਆਨਸਰ ਕਰਨ ਤੋਂ ਪਹਿਲਾਂ ਅਸੀਂ ਇੱਕ ਵਾਰ ਇਹਨੂੰ ਦੇਖ ਲਈਏ ਕਿ ਕੀ ਕਹਿ ਰਿਹਾ ਕਵੀ। ਇਹਦੇ ਵਿੱਚ ਸਮਝਾ ਦਈਏ ਸਿੰਪਲ ਵਰਡਸ। ਕਵੀ ਕਹਿ ਰਿਹਾ ਕਿ ਸੂਰਜ ਨਿਕਲਦਾ, ਸਨਰਾਈਜ਼, ਠੀਕ ਹੈ। ਸੂਰਜ ਨਿਕਲਣ ਦੇ ਨਾਲ ਕੀ ਹੋ ਰਿਹਾ, ਜਿਹੜਾ ਆਕਾਸ਼ ਆ ਉਹ ਹੈਪੀ ਹੋ ਜਾਂਦਾ, ਖੁਸ਼ ਹੋ ਜਾਂਦਾ, ਚਮਕਦਾਰ ਲੱਗਦਾ। ਮੈਰੀਵੈਲਸ ਦੀ ਗੱਲ ਕੀਤੀ ਆ, ਉਹ ਕਹਿੰਦੇ ਗਿਰਜਾ ਘਰ ਦੀਆਂ ਜਿਹੜੀਆਂ ਘੰਟੀਆਂ ਨੇ ਉਹ ਖੁਸ਼ ਦਿਖਾਈ ਦਿੰਦੀਆਂ ਨੇ, ਬਸੰਤ ਰੁੱਤ ਦਾ ਸਵਾਗਤ ਕਰਦੀਆਂ ਨਜ਼ਰ ਆਉਂਦੀਆਂ ਨੇ। ਅਤੇ ਦੋ ਪੰਛੀਆਂ ਦਾ ਜ਼ਿਕਰ ਹੋਇਆ, ਸਕਾਈ ਲਾਰਕ ਅਤੇ ਥਰਸ਼, ਜਿਹੜੇ ਝਾੜੀਆਂ ਵਿੱਚ ਰਹਿਣ ਵਾਲੇ ਪੰਛੀ ਨੇ ਉਹ ਉੱਚੀ ਉੱਚੀ ਗਾਉਂਦੇ ਨੇ ਅਤੇ ਉਹਨਾਂ ਦੀ ਆਵਾਜ਼ ਆ ਜਿਹੜੀ ਘੰਟੀਆਂ ਦੀ ਆਵਾਜ਼ ਨਾਲ ਮਿਲ ਕੇ ਹੋਰ ਵੀ ਸੁਹਾਵਣੀ ਲੱਗਦੀ ਹੈ। ਪਿੰਡ ਦੇ ਹਰੇ ਭਰੇ ਮੈਦਾਨ 'ਤੇ ਹੁਣ ਅਸੀਂ ਮੁੰਡੇ ਅਤੇ ਕੁੜੀਆਂ ਨੂੰ ਖੇਡਦੇ ਹੋਏ ਵੇਖਦੇ ਹਾਂ। ਇਹ ਸੀ ਇਹ ਪੈਰਾ ਅਤੇ ਉਹਦਾ ਆਨਸਰ। ਹੁਣ ਅੱਗੇ ਐਕਸਪਲੇਨੇਸ਼ਨ। ਹੁਣ ਅਸੀਂ ਦੇਖਦੇ ਹਾਂ ਕੁਐਸਚਨਸ। ਹਾਂਜੀ, ਫਸਟ ਕੁਐਸਚਨ ਆ, ਨੇਮ ਦਾ ਪੋਇਟ ਐਂਡ ਦਾ ਪੋਇਮ। ਸੋ ਕੀ ਨਾਮ ਆ, ਦੇਖੋ ਪੋਇਮ ਦਾ ਨਾਮ ਹੈਗਾ ਦਾ ਕੁਈਨ ਗ੍ਰੀਨ ਅਤੇ ਰਾਈਟਰ ਦਾ ਨਾਮ ਹੈਗਾ ਵਿਲੀਅਮ ਬਲੇਕ। ਇਹਨੂੰ ਆਨਸਰ ਨੂੰ ਕਿੱਦਾਂ ਲਿਖਾਂਗੇ ਅਸੀਂ? ਨੇਮ ਆਫ ਦਾ ਪੋਇਟ ਇਜ਼ ਵਿਲੀਅਮ ਬਲੇਕ, ਨੇਮ ਆਫ ਦਾ ਪੋਇਮ ਇਜ਼ ਦਾ ਕੁਈਨ ਗ੍ਰੀਨ। ਠੀਕ। ਹੁਣ ਦੇਖੋ ਸੈਕਿੰਡ ਕੁਐਸਚਨ। ਸੈਕਿੰਡ ਕੁਐਸਚਨ 'ਚ ਕਹਿੰਦੇ ਨੇਮ ਆਫ ਦਾ ਵਰਡ ਵਿਚ ਸਿੰਗਸ ਟੂ ਵੈਲਕਮ ਦਾ ਸਪਰਿੰਗ। ਉਹ ਕਿਹੜੇ ਦੋ ਪੰਛੀਆਂ ਦਾ ਮੈਂ ਤੁਹਾਨੂੰ ਦੱਸਿਆ ਸੀ ਜ਼ਿਕਰ ਹੋਇਆ ਜਿਹੜੇ ਸਪਰਿੰਗ ਦੀ ਆਮਦ ਵਿੱਚ ਖੁਸ਼ ਨਜ਼ਰ ਆ ਰਹੇ ਨੇ? ਉਹ ਨੇ ਸਕਾਈ ਲਾਰਕ ਐਂਡ ਥਰਸ਼, ਰਾਈਟ। ਹੁਣ ਆਪਾਂ ਇਹਨੂੰ ਇਹ ਸਾਰੀ ਲਾਈਨ ਇਹੀ ਲਿਖ ਸਕਦੇ ਹਾਂ, ਦਾ ਸਕਾਈ ਲਾਰਕ ਐਂਡ ਦਾ ਥਰਸ਼। ਇਹ ਸੈਕਿੰਡ ਦਾ ਆਨਸਰ ਹੋ ਗਿਆ। ਥਰਡ ਕੁਐਸਚਨ, ਵਾਟ ਪਰਪਸ ਡਜ਼ ਰਿੰਗਿੰਗ ਆਫ ਦਾ ਮੈਰੀ ਵੈਲ ਸਰਵ ਇਨ ਦਾ ਪੋਇਮ। ਜਿਹੜੀਆਂ ਘੰਟੀਆਂ ਵੱਜ ਰਹੀਆਂ ਨੇ ਉਹਨਾਂ ਦਾ ਕੀ ਉਦੇਸ਼ ਆ ਇਸ ਪੋਇਮ ਦੇ ਵਿੱਚ, ਕੀ ਪਰਪਸ ਆ? ਹੁਣ ਅਸੀਂ ਉਹਦਾ ਥਰਡ ਦਾ ਆਨਸਰ ਦੇਖਾਂਗੇ। ਕੀ ਲਿਖਣਾ? ਥਰਡ ਦਾ ਆਨਸਰ ਆ, ਦਾ ਵੈਲਸ ਆਰ ਰਿੰਗਿੰਗ ਟੂ ਵੈਲਕਮ ਦਾ ਸਪਰਿੰਗ। ਬੈਲਸ ਨੇ ਜਿਹੜੀਆਂ ਕਿਉਂ ਵੱਜ ਰਹੀਆਂ ਨੇ? ਸਪਰਿੰਗ ਦਾ ਵੈਲਕਮ ਕਰਨ ਲਈ ਵੱਜ ਰਹੀਆਂ ਨੇ। ਹੁਣ ਚੌਥਾ ਕੁਐਸਚਨ ਦੇਖੋ, ਹਾਊ ਕੈਨ ਯੂ ਸੇ that the mood in the poem is happy and carefree, celebrating a close bond between man and nature। ਸਾਨੂੰ ਕਿੱਥੋਂ ਪਤਾ ਲੱਗ ਰਿਹਾ ਕਿ ਜਿਹੜਾ ਪੋਇਮ ਦਾ ਮੂਡ ਆ ਉਹ ਹੈਪੀ ਵਾਲਾ, ਕੇਅਰਫੁਲ ਆ? ਹੁਣ ਦੇਖੋ ਉਹਦਾ ਆਨਸਰ ਕੀ ਲਿਖਾਂਗੇ ਅਸੀਂ? ਦਾ ਰਾਈਜ਼ਿੰਗ ਸਨ, ਪਹਿਲੀ ਲਾਈਨ 'ਚ ਹੋ ਰਹੀ ਹੈ ਸੂਰਜ ਦੇ ਚੜ੍ਹਨ ਦੀ ਗੱਲ ਹੋ ਰਹੀ ਆ। ਰਿੰਗਿੰਗ ਮੈਰੀ ਵੈਲਸ, ਬੈਲਾਂ ਦੇ ਵੱਜਣ ਦੀ ਗੱਲ ਹੋ ਰਹੀ ਆ। ਸਿੰਗਿੰਗ ਵਰਡਸ, ਪੰਛੀਆਂ ਦੇ ਗਾਉਣ ਦੀ ਗੱਲ ਹੋ ਰਹੀ ਆ। ਆਲ ਦੀਜ਼ ਥਿੰਗਸ ਸ਼ੋ ਦਾ ਹਾਰਮਨੀ ਬਿਟਵੀਨ ਨੇਚਰ ਐਂਡ ਮੈਨ। ਇਹ ਸੀ ਸਾਡਾ ਫਸਟ ਸਟੈਂਜਾ, ਉਹਦੇ ਕੁਐਸਚਨ ਅਤੇ ਆਨਸਰ। ਹੁਣ ਆਪਾਂ ਚੱਲਾਂਗੇ ਸੈਕਿੰਡ ਸਟੈਂਜੇ ਵੱਲ। ਹਾਂਜੀ, ਰੀਡ ਦਾ ਸੈਕਿੰਡ ਸਟੈਂਜਾ। ਟਿਲ the little ones worry, no more can be merry. The sun doth descend, and our sports have an end. Around the lap of their mothers, many sisters and brothers, like birds in their nest, are ready for rest, and sports no more seen on the darkening green। ਹਾਂਜੀ, ਇਹ ਸੀ ਸਾਡਾ ਸੈਕਿੰਡ ਸਟੈਂਜਾ। ਇਹਦੇ ਵੀ ਅਸੀਂ ਕੁਐਸਚਨ ਕਰਨ ਤੋਂ ਪਹਿਲਾਂ ਦੇਖਦੇ ਹਾਂ ਕਿ ਕੀ ਕਿਹਾ ਜਾ ਰਿਹਾ ਇਹਦੇ ਵਿੱਚ। ਕਵੀ ਕਹਿ ਰਿਹਾ ਕਿ ਜਿਹੜੇ ਬੱਚੇ ਨੇ, ਇਹਨਾਂ ਲਾਈਨਾਂ 'ਚੋਂ ਐਕਸਪਲੇਨ ਕਰਦਾ, ਜਿਹੜੇ ਬੱਚੇ ਖੇਡਦੇ ਖੇਡਦੇ ਕੀ ਹੋ ਗਏ, ਥੱਕ ਗਏ ਨੇ। ਹੁਣ ਉਹ ਥੱਕਣ ਕਾਰਨ ਉਹਨਾਂ ਨੂੰ ਖੇਡ ਦਾ ਮਜ਼ਾ ਨਹੀਂ ਆ ਰਿਹਾ, ਬੱਚਿਆਂ ਦੀ ਖੇਡ ਖਤਮ ਹੋ ਜਾਂਦੀ ਆ, ਸੂਰਜ ਛਿਪਣ ਵਾਲਾ ਹੈਗਾ। ਪੰਛੀ ਆਰਾਮ ਕਰਨ ਵਾਸਤੇ ਆਪਣੇ ਆਲ੍ਹਣਿਆਂ ਵੱਲ ਨੂੰ ਜਾ ਰਹੇ ਨੇ, ਇਕੱਠੇ ਹੋ ਗਏ ਨੇ। ਉਸੇ ਤਰੀਕੇ ਨਾਲ ਜਿਹੜੇ ਬੱਚੇ ਨੇ ਉਹ ਵੀ ਖੇਡ ਕੇ ਥੱਕ ਕੇ ਆਪਣੀਆਂ ਮਾਵਾਂ ਦੀ
ਗੋਦ ਵਿੱਚ ਪਹੁੰਚ ਗਏ ਨੇ ਆਰਾਮ ਕਰਨ ਲਈ ਤਾਂ ਕਿ ਉਹ ਉੱਥੇ ਸੌਂ ਸਕਣ। ਅਤੇ ਬੱਚਿਆਂ ਦੇ ਸ਼ੋਰ ਸ਼ਰਾਬੇ ਅਤੇ ਖੇਲ ਕੁੱਦ ਦੀ ਆਵਾਜ਼ ਤੋਂ ਬਿਨਾਂ ਜਿਹੜਾ ਹਰਾ ਭਰਾ ਮੈਦਾਨ ਆ ਉਹ ਖਾਲੀ ਜਾਪਦਾ ਅਤੇ ਹੁਣ ਉਹ ਸਾਨੂੰ ਉਸ ਹਰੇ ਭਰੇ ਮੈਦਾਨ ਦੇ ਵਿੱਚ ਕੋਈ ਖੇਡ ਦਿਖਾਈ ਨਹੀਂ ਦਿੰਦੀ। ਇਹ ਸੀਗਾ ਇਹ ਸਟੈਂਜਾ। ਹੁਣ ਆਪਾਂ ਇਹਦੇ ਦੇਖਦੇ ਹਾਂ ਕੁਐਸਚਨਸ। ਹਾਂਜੀ, ਕੁਐਸਚਨ ਹੈਗਾ ਵਾਟ ਡਜ਼ ਦਾ ਵਰਡਸ ਬਰੀ ਡਿਸੈਂਡ ਐਂਡ ਰੈਸਟ ਸੁਜੈਸਟ। ਇਹ ਜਿਹੜੇ ਵਰਡਸ ਨੇ ਇਹ ਕੀ ਸੁਜੈਸਟ ਕਰ ਰਹੇ ਨੇ ਸਾਨੂੰ। ਹਾਂਜੀ, ਇਹਦਾ ਆਨਸਰ ਦੇਖੋ। ਇਟ ਮੀਨਸ ਆਲ ਐਕਟੀਵਿਟੀਜ਼ ਔਨ ਦਾ ਕੁਇੰਗ ਗ੍ਰੀਨ ਆਰ ਗੋਇੰਗ ਟੂ ਐਂਡ। ਇਹਦਾ ਮਤਲਬ ਜਿੰਨੀਆਂ ਵੀ ਐਕਟੀਵਿਟੀਜ਼ ਉਸ ਮੈਦਾਨ ਦੇ ਵਿੱਚ ਹੋ ਰਹੀਆਂ ਸੀ ਉਹ ਹੁਣ ਖਤਮ ਹੋ ਗਈਆਂ। ਹੁਣ ਅਸੀਂ ਨੈਕਸਟ ਕੁਐਸਚਨ ਦੇਖਾਂਗੇ। ਨੇਮ ਦਾ ਥਿੰਗਸ ਦੈਟ ਟੇਕ ਰੈਸਟ ਐਟ ਦਾ ਐਂਡ ਆਫ ਦਾ ਡੇ। ਉਹ ਕਿਹੜੀਆਂ ਚੀਜ਼ਾਂ ਨੇ ਜਿਹੜੇ ਦਿਨ ਦੇ ਖਾਤਮੇ 'ਤੇ ਆਰਾਮ ਕਰਦੀਆਂ ਨੇ। ਕਿਹੜੀਆਂ ਕਿਹੜੀਆਂ ਆਈਆਂ ਨੇ? ਇਹਦੇ ਵਿੱਚ ਚਿਲਡਰਨ ਦੀ ਗੱਲ ਕੀਤੀ ਹੈ, ਚਿਲਡਰਨ ਆਰਾਮ ਕਰਨ ਜਾਂਦੇ ਨੇ। ਬਰਡਸ ਜਾਂਦੇ ਆ। ਮੈਨ ਵੂਮੈਨ ਟੇਕ ਆ ਰੈਸਟ ਐਟ ਦਾ ਐਂਡ ਆਫ ਦਾ ਡੇ। ਇਹ ਸੀ ਸਾਡਾ ਸੈਕਿੰਡ ਕੁਐਸਚਨ। ਹੁਣ ਅਸੀਂ ਥਰਡ ਕੁਐਸਚਨ ਦੇਖਾਂਗੇ। ਵਾਈ ਹੈਜ਼ ਦਾ ਕੁਇੰਗ ਗ੍ਰੀਨ ਬਿਕਮ ਦਾ ਡਾਰਕਿੰਗ ਗ੍ਰੀਨ। ਜਿਹੜੀ ਹਰਿਆਵਲ ਭਰਿਆ ਮੈਦਾਨ ਸੀ ਹੁਣ ਉਹ ਹਨੇਰੇ 'ਚ ਕਿੱਦਾਂ ਤਬਦੀਲ ਹੋ ਗਿਆ। ਇਹਦਾ ਕੀ ਆਨਸਰ ਹੋ ਸਕਦਾ? ਹਾਂਜੀ ਦੇਖੋ, ਦਾ ਸਨ ਸੈਟਸ ਐਂਡ ਨਾਈਟ ਫਾਲਸ। ਕਿਉਂਕਿ ਸੂਰਜ ਆ ਜਿਹੜਾ ਉਹ ਡੁੱਬ ਚੁੱਕਿਆ, ਛਿਪ ਚੁੱਕਿਆ ਅਤੇ ਰਾਤ ਪੈ ਗਈ, ਇਸ ਕਰਕੇ ਹੁਣ ਉੱਥੇ ਅੰਧੇਰਾ। ਅਗਲਾ ਕੁਐਸਚਨ ਨੰਬਰ 4। ਨੇਮ ਦਾ ਫਿਗਰ ਆਫ ਸਪੀਚ ਯੂਜ਼ਡ ਇਨ ਦਾ ਲਾਈਨਸ। 2 ਲਾਈਨਾਂ ਦਿੱਤੀਆਂ ਇਸੇ ਸਟੈਂਜੇ ਦੇ ਵਿੱਚੋਂ, ਉਹਦੇ ਵਿੱਚ ਕਿਹੜੀ ਪੋਇਟਿਕ ਉਹਨਾਂ ਨੇ ਵਰਤੀ ਆ ਫਿਗਰ ਆਫ ਸਪੀਚ, ਉਹ ਦੇਖਣੀ ਅਸੀਂ। ਕਿਹੜੀਆਂ ਲਾਈਨਾਂ ਨੇ ਦੇਖੋ। ਮੈਨੀ ਸਿਸਟਰਸ ਐਂਡ ਬ੍ਰਦਰਸ ਲਾਈਕ ਬਰਡਸ ਇਨ ਦੇਅਰ ਨੈਸਟ ਆਰ ਰੈਡੀ ਫॉर ਰੈਸਟ। ਇਹਨਾਂ ਦੇ ਵਿੱਚ ਕਿਹੜੀ ਉਹਨਾਂ ਨੇ ਫਿਗਰ ਆਫ ਸਪੀਚ ਵਰਤੀ ਆ? ਉਹ ਹੈਗੀ ਜੀ ਸਿਮਲੀ। ਉੱਥੇ ਲਾਈਕ ਬਰਡਸ, ਬ੍ਰਦਰ ਐਂਡ ਸਿਸਟਰਸ ਨੂੰ ਕਿਹਦੇ ਨਾਲ ਤੁਲਨਾ ਦਿੱਤੀ ਉਹਨਾਂ ਨੇ? ਬਰਡਸ ਦੇ ਨਾਲ ਤੁਲਨਾ ਦਿੱਤੀ। ਲਾਈਕ ਬਰਡਸ ਇਹਨੂੰ ਕਹਾਂਗੇ ਸਿਮਲੀ, SIMILE ਸਿਮਲੀ, ਆ ਫਿਗਰ ਆਫ ਸਪੀਚ। ਲਾਸਟ ਕੁਐਸਚਨ ਆ ਜੀ। ਉਹਨਾਂ ਨੇ ਸਾਨੂੰ ਪੁੱਛਿਆ ਰਾਈਮਿੰਗ ਸਕੀਮ ਪੁੱਛੀ ਆ ਸਟੈਂਜੇ ਦੀ। ਕੀ ਆ ਰਾਈਮਿੰਗ ਸਕੀਮ? ਉਹ ਹੈਗੀ AABV। ਜਿੱਦਾਂ ਕਿ ਤੁਸੀਂ ਇੱਥੇ ਆਨਸਰ ਦੇਖ ਰਹੇ ਹੋ। ਅਸੀਂ ਬੈਕ ਚੱਲਦੇ ਹਾਂ ਸਟੈਂਜੇ 'ਤੇ। ਦੇਖੋ ਪਹਿਲੀ ਲਾਈਨ ਆ ਟਿਲ ਦਾ ਲਿਟਲ ਵਨਸ ਵਰੀ। ਠੀਕ ਆ, ਇਹਨੂੰ ਅਸੀਂ ਇਹ ਬੈਰੀ ਮੈਰੀ ਦੋਨੋਂ ਇੱਕੋ ਨੇ, ਇੱਕੋ ਜੀ ਆ ਰਹੀ ਹੈ ਰਾਈਮਿੰਗ। AA ਡਿਸੈਂਡ ਐਂਡ BV ਮਦਰਸ ਬ੍ਰਦਰਸ AA ਨੈਸਟ ਰੈਸਟ। ਠੀਕ ਹੈ, ਇਹਨੂੰ ਇਸ ਅਸੀਂ ਸਕੀਮ ਨੂੰ ਕਹਾਂਗੇ AABV ਰਾਈਮਿੰਗ ਸਕੀਮ ਹੈ ਇਹਦੀ। ਇਹ ਸਾਡੇ 2 ਸਟੈਂਜੇ ਸੀ, ਦੋਨਾਂ ਦੇ ਅਸੀਂ ਆਨਸਰਸ ਦੇਖ ਲਏ ਨੇ। ਹੁਣ ਅੱਗੇ ਚੱਲਦੇ ਹਾਂ ਜੀ। ਅੱਗੇ ਹੈਗਾ ਸੈਂਟਰਲ ਆਈਡੀਆ। ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸਟੈਂਜਿਆਂ ਦੇ ਕੁਐਸਚਨ ਪੁੱਛ ਕੇ ਆਨਸਰ ਪੁੱਛੇ ਜਾਂਦੇ ਨੇ ਜਾਂ ਸੈਂਟਰਲ ਆਈਡੀਆ ਲਿਖਣ ਲਈ ਕਿਹਾ ਜਾਂਦਾ। ਸੈਂਟਰਲ ਆਈਡੀਆ ਦੇਖੋ ਹੁਣ ਜੀ। ਹੁਣ ਦਿਸ ਇਜ਼ ਅ ਵੈਰੀ ਇੰਟਰਸਟਿੰਗ ਪੋਇਮ ਕੰਪੋਜ਼ਡ ਬਾਏ ਵਿਲੀਅਮ ਬਲੇਕ। ਇਹ ਬਹੁਤ ਹੀ ਅਦਭੁਤ ਰੌਚਕ ਰਚਨਾ ਗੀ ਜਿਹੜੀ ਕਿਹਦੇ ਦੁਆਰਾ ਲਿਖੀ ਗਈ ਹੈ? ਵਿਲੀਅਮ ਬਲੇਕ ਦੁਆਰਾ। ਇਟ ਗਿਵਜ਼ ਅ ਵੈਰੀ ਗੁੱਡ ਮੈਸੇਜ। ਇਹ ਸਾਨੂੰ ਬਹੁਤ ਵਧੀਆ ਸੁਨੇਹਾ ਦਿੰਦੀ ਹੈ। ਦ ਪੋਇਮ ਡੀਲਸ ਵਿਦ ਦਾ ਹਿਊਮਨ ਲਾਈਫ ਐਂਡ ਨੇਚਰ। ਜਿਹੜੀ ਕਵਿਤਾ ਗੀ ਉਹ ਮਨੁੱਖੀ ਜੀਵਨ ਅਤੇ ਕੁਦਰਤ ਨਾਲ ਸੰਬੰਧ ਰੱਖਦੀ ਹੈ। ਵੀ ਫੋਰਗੈਟ ਆਵਰ ਵਰੀਜ਼ ਇਨ ਦਾ ਲੈਪ ਆਫ ਨੇਚਰ। ਲੈਪ ਮੀਨਸ ਗੋਦੀ। ਅਸੀਂ ਕੁਦਰਤ ਦੀ ਗੋਦ ਵਿੱਚ ਜਾ ਕੇ ਆਪਦੇ ਜਿਹੜੇ ਦੁੱਖ ਚਿੰਤਾਵਾਂ ਨੇ ਉਹਨਾਂ ਨੂੰ ਭੁੱਲ ਜਾਂਦੇ ਹਾਂ। ਦ ਪੋਇਮ ਡਿਸਕ੍ਰਾਈਬ 3 ਸਟੇਜਸ ਆਫ ਲਾਈਫ। ਪੋਇਮ ਦੇ ਵਿੱਚ ਜ਼ਿੰਦਗੀ ਦੀਆਂ 3 ਸਟੇਜਾਂ ਦੀ ਗੱਲ ਕੀਤੀ ਗਈ ਹੈ। ਕਿਹੜੀਆਂ ਕਿਹੜੀਆਂ ਨੇ? ਚਾਈਲਡਹੁੱਡ, ਓਲਡ ਏਜ ਐਂਡ ਡੈਥ। The poem shows a link between man and nature. ਪੋਇਮ ਸਾਡੇ ਸਾਹਮਣੇ ਇੱਕ ਬਾਉਂਡ, ਇੱਕ ਬੰਧਨ ਦਿਖਾਉਂਦੀ ਆ ਬੰਦੇ ਅਤੇ ਕੁਦਰਤ ਦੇ ਵਿਚਕਾਰ। ਅਤੇ ਲਾਸਟ ਲਾਈਨ ਅਸੀਂ ਐਜ਼ ਇਟ ਯੂਜ਼ ਕਰਦੇ ਹਾਂ ਸਾਰੀਆਂ ਪੋਇਮਸ। ਦਾ ਪੋਇਮ ਟਚਸ ਦਾ ਕੋਰ ਆਫ ਮਾਈ ਹਾਰਟ। ਸੋ ਦਿਸ ਇਜ਼ ਅ ਪੋਇਮ। I hope you can understand.